ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ ਕਿਸਾਨ ਮੋਰਚੇ ਨੂੰ ਲੈ ਕੇ ਵੱਖ-ਵੱਖ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਕਿਸ ਤਰ੍ਹਾਂ NRI ਦਰਸ਼ਨ ਧਾਲੀਵਾਲ ਜੀ ਨੂੰ ਇੰਡੀਆ ਦੇ ਵਿੱਚ ਐਂਟਰੀ ਨਹੀਂ ਮਿਲੀ ਐਂਡ ਕਾਰਨ ਜੋ ਸੁਣਨ ਨੂੰ ਮਿਲ ਰਿਹਾ ਉਹ ਇਸ ਕਰਕੇ ਕਿਉਂਕਿ ਉਹਨਾਂ ਨੇ ਮੋਰਚੇ ਦੇ ਵਿੱਚ ਲੰਗਰ ਲਾਇਆ ਹੈ, ਉਹਨਾਂ ਦੀ ਸਪੋਰਟ ਹੈਗੀ ਇਸ ਕਿਸਾਨ ਮੋਰਚੇ ਦੀ। ਬਟ ਅੱਜ ਮੈਂ ਤੁਹਾਡੇ ਨਾਲ like it's heartbreaking, you know, ਇਹੋ ਜਿਹੀ ਖਬਰ ਸੁਣ ਕੇ ਖਬਰਾਂ ਸੁਣਨ ਨੂੰ ਹੀ ਮਨ ਨਹੀਂ ਕਰਦਾ honestly। ਲਗਭਗ 700 ਸ਼ਹੀਦ ਹੋਏ ਹਨ ਕਿਸਾਨ, ਬਜ਼ੁਰਗ, ਬੀਬੀਆਂ, ਨੌਜਵਾਨ ਹਲੇ ਤੱਕ ਇਸ ਮੋਰਚੇ ਦੇ ਵਿੱਚ ਐਂਡ ਅਨਫੋਰਚੂਨੇਟਲੀ ਇਨ ਸ਼ਹੀਦਾਂ ਦੀ ਲਿਸਟ ਦੇ ਵਿੱਚ ਮੈਨੂੰ 3 ਹੋਰ ਨਾਂ ਐਡ ਕਰਨੇ ਪੈ ਰਹੇ ਹੈ। ਕੱਲ੍ਹ ਦੀ ਹੀ ਗੱਲ ਹੈਗੀ ਕਿ ਇਹ ਹਾਦਸਾ ਹੋਇਆ, ਇਹ ਕੋਈ ਜਾਣਬੁੱਝ ਕੇ ਕੋਈ ਐਕਸੀਡੈਂਟਲ ਇੰਸੀਡੈਂਟ ਨਹੀਂ ਸੀਗਾ। ਇਹਨੂੰ ਤੁਸੀਂ ਸਾਫ਼ ਹੋਮਿਸਾਈਡ ਕਹਿ ਸਕਦੇ ਹੋ, ਮਰਡਰ ਕਹਿ ਸਕਦੇ ਹੋ। ਕਿਸਾਨਾਂ ਦਾ ਇੱਕ ਗਰੁੱਪ ਜਿਹਦੇ ਵਿੱਚ ਕਾਫੀ ਸਾਰੀ ਬੀਬੀਆਂ ਵੀ ਸੀਗੀ, ਰੋਹਤਕ ਹਾਈਵੇ ਦੇ ਕੋਲ ਟਿਕਰੀ ਬਾਰਡਰ ਪ੍ਰੋਟੈਸਟ ਸਾਈਟ ਦੇ ਨੇੜੇ ਜਿੱਥੇ ਪਕੌੜਾ ਚੌਕ ਹੈ, ਅਗਰ ਤੁਹਾਨੂੰ ਉੱਥੇ ਦੀ ਲੇਆਊਟ ਦਾ ਥੋੜ੍ਹਾ ਜਿਹਾ ਅੰਦਾਜ਼ਾ ਹੈ, ਉੱਥੇ ਕਾਫੀ ਸਾਰੇ ਜਾਣੇ ਰੋਡ ਦੀ ਸਾਈਡ 'ਤੇ ਵੇਟ ਕਰ ਰਹੇ ਸੀ ਇੱਕ ਆਟੋ ਰਿਕਸ਼ਾ ਦੀ। ਜਦੋਂ ਇੱਕ ਟਰੱਕ ਤੇਜ਼ੀ ਦੇ ਨਾਲ ਆਇਆ, ਮਾਰਿਆ ਇਹਨਾਂ ਨੂੰ, ਜਿਹਦੇ ਵਿੱਚ 3 ਜਾਨਾਂ ਵੀ ਗਈਆਂ। ਉਹ ਬੰਦਾ ਤਾਂ ਦੌੜ ਗਿਆ ਮਾਰ ਕੇ ਇਹਨਾਂ ਨੂੰ, ਬਟ ਜੋ ਸਾਰੇ ਉੱਥੇ ਵੇਖ ਰਹੇ ਸੀ ਉਹਨਾਂ ਨੂੰ ਉਹਨਾਂ ਦੀ ਜੋ ਆਈ ਵਿਟਨੈਸ ਟੈਸਟੀਮੋਨੀ ਹੈਗੀ ਉਹ ਇਹੀ ਸਾਨੂੰ ਦੱਸਦੀ ਹੈ ਕਿ ਇਹ ਇੱਕ ਇੰਟੈਂਸ਼ਨਲ ਐਕਟ ਸੀਗਾ। ਜਾਣ ਬੂਝ ਕੇ ਇੱਕ ਬੰਦੇ ਨੇ ਟਰੱਕ ਦੇ ਥੱਲੇ ਇਹਨਾਂ ਨੂੰ ਦਿੱਤਾ। ਮੈਂ ਵਿਕਟਮਸ ਦੇ ਨਾਂ ਲੈਣਾ ਚਾਹੁੰਦੀ ਹਾਂ ਬਿਕੋਜ਼ ਇਹ ਸ਼ਹੀਦ ਹੈਗੇ, ਇਹ ਇੱਕ ਜੰਗ ਦੇ ਵਿੱਚ ਮਾਰੇ ਗਏ ਸਾਡੇ ਸ਼ਹੀਦ ਹਨ ਅਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਚਾਹੁੰਦੇ ਹਾਂ, ਇਹਨਾਂ ਦੇ ਸੈਕਰੀਫਾਈਸ, ਇਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਚਾਹੁੰਦੇ ਹਾਂ। ਅਮਰਜੀਤ ਕੌਰ, ਸੁਖਵਿੰਦਰ ਕੌਰ ਅਤੇ ਗੁਰਮੇਲ ਕੌਰ ਇਹ 3 ਜਾਨਾਂ ਗਈਆਂ ਇਸ ਕਿਸਾਨ ਮੋਰਚੇ ਦੇ ਵਿੱਚ। ਇਹਨਾਂ ਦੇ ਨਾਲ ਕਾਫੀ ਸਾਰੇ ਇੰਜਰਡ ਵੀ ਹੈਗੇ ਜਿਨ੍ਹਾਂ ਨੂੰ ਇਸ ਵੇਲੇ ਟ੍ਰੀਟਮੈਂਟ ਮਿਲ ਰਿਹਾ। PGI ਰੋਹਤਕ ਹਸਪੀਟਲ ਦੇ ਵਿੱਚ ਐਡਮਿਟ ਹਨ। ਬਹੁਤ ਲਾਈਕ ਇਟਸ ਆਈ ਕੈਨਟ ਬਿਲੀਵ ਇਟ। ਐਂਡ ਵਾਂਸ ਅਗੇਨ ਹਾਲੇ ਤੱਕ ਸਰਕਾਰ ਵੱਲੋਂ, ਪ੍ਰਾਈਮ ਮਿਨਿਸਟਰ ਮੋਦੀ ਵੱਲੋਂ, ਹੋਮ ਮਿਨਿਸਟਰ ਵੱਲੋਂ, ਕਿਸੇ ਵੀ ਵੱਲੋਂ ਕੋਈ ਬਿਆਨ ਇਹਨਾਂ ਨੂੰ ਲੈ ਕੇ ਨਹੀਂ ਸੁਣਨ ਨੂੰ ਮਿਲਿਆ। ਲਖੀਮਪੁਰ ਖੇਰੀ ਹਾਦਸੇ ਤੋਂ ਬਾਅਦ ਨਹੀਂ ਸੁਣਨ ਨੂੰ ਮਿਲਿਆ, ਸਿੰਘੂ ਬਾਰਡਰ ਦੇ ਹਾਦਸੇ ਤੋਂ ਬਾਅਦ ਨਹੀਂ ਸੁਣਨ ਨੂੰ ਮਿਲਿਆ। ਐਂਡ ਅੱਜ ਜਦੋਂ ਇਟਸ ਸੈਡ ਬਟ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ, ਪੰਜਾਬ CM ਚਰਨਜੀਤ ਸਿੰਘ ਚੰਨੀ ਨੇ ਅਨਾਊਂਸ ਕੀਤਾ ਕਿ 5 ਲੱਖ ਦੀ ਕੰਪਨਸੇਸ਼ਨ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਦੀ ਜਾਨ ਤੇ ਤੁਸੀਂ ਕੀਮਤ ਤਾਂ ਨਹੀਂ ਲਾ ਸਕਦੇ, ਪਰ ਫਿਰ ਵੀ ਇਨ ਪਰਿਵਾਰਾਂ ਨੂੰ ਇਹਨਾਂ ਦੀ ਕੁਰਬਾਨੀ ਲਈ ਅਸੀਂ ਇਹ ਅਮਾਊਂਟ ਦੇਵਾਂਗੇ। ਸੋ ਇਹ ਅਪਡੇਟ ਸੀਗੀ ਤੁਹਾਡੇ ਲਈ। ਹੁਣ ਮੈਂ ਇੱਥੇ US ਨਿਊਜ਼ ਨੂੰ ਲੈ ਕੇ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੱਲ ਕਰਨਾ ਚਾਹੁੰਦੀ ਹਾਂ। ਬਿਗ ਨਿਊਜ਼ ਡੇ ਅੱਜ ਬਹੁਤ ਕੁਝ ਹੋਇਆ, ਭਾਵੇਂ ਵਾਸ਼ਿੰਗਟਨ DC ਦੇ ਵਿੱਚ, ਭਾਵੇਂ ਸਿਲਿਕਨ ਵੈਲੀ ਦੇ ਵਿੱਚ। ਸਿਲਿਕਨ ਵੈਲੀ ਜਿੱਥੇ ਗੂਗਲ, ਫੇਸਬੁੱਕ, ਇਹੋ ਜਿਹੀ ਵੱਡੀ ਟੈਕ ਕੰਪਨੀਜ਼ ਹੈਡਕੁਆਰਟਰਡ ਹਨ ਇਨ ਨਾਰਥਰਨ ਕੈਲੀਫੋਰਨੀਆ। ਉਹਨਾਂ ਦੇ ਵਿੱਚੋਂ ਇੱਕ ਕੰਪਨੀ ਜਿਹਦੇ ਕਾਫੀ ਮਾੜੇ ਟਾਈਮ ਚੱਲ ਰਹੇ ਹੈ, ਉਹਨਾਂ ਨੇ ਇੱਕ ਬਹੁਤ ਵੱਡੀ ਅਨਾਊਂਸਮੈਂਟ ਕੀਤੀ। ਆਮ ਟਾਕਿੰਗ ਅਬਾਊਟ ਫੇਸਬੁੱਕ। ਐਂਡ ਆਫ ਕੋਰਸ ਤੁਸੀਂ ਜ਼ਰੂਰ ਸੁਣਿਆ ਹੋਣਾ ਹੈ ਜਾਂ ਸੋਸ਼ਲ ਮੀਡੀਆ 'ਤੇ ਕੁਝ ਵੇਖਿਆ ਹੋਣਾ ਕਿ ਫੇਸਬੁੱਕ ਨੂੰ ਕਿਸ ਤਰ੍ਹਾਂ ਦੀ ਪਬਲਿਕ ਰਿਲੇਸ਼ਨਸ ਇਸ਼ੂਜ਼ ਆ ਰਹੇ ਹੈ। ਕੁਝ ਹਫ਼ਤਿਆਂ ਪਹਿਲੇ ਇੱਕ ਵਿਸਲ ਬਲੋਅਰ ਜੋ ਕਿ ਫੇਸਬੁੱਕ ਲਈ ਕੰਮ ਕਰਦੀ ਸੀ ਪ੍ਰੋਡਕਟ ਮੈਨੇਜਰ ਦੇ ਤੌਰ 'ਤੇ, ਉਹਨੇ ਇੱਕ ਬਹੁਤ ਹੀ ਵੱਡੀ ਐਕਸਪੋਜ਼ੇ ਸ਼ੇਅਰ ਕੀਤੀ ਲੋਕਾਂ ਨਾਲ ਕਿ ਫੇਸਬੁੱਕ ਦੇ ਕੋਲ ਇੰਟਰਨਲ ਰਿਪੋਰਟਿੰਗ ਤੇ ਰਿਸਰਚ ਸੀਗੀ ਜੋ ਉਹਨਾਂ ਨੂੰ ਦੱਸ ਰਹੀ ਸੀ ਕਿ ਫੇਸਬੁੱਕ, ਸੋਸ਼ਲ ਮੀਡੀਆ, ਇੰਸਟਾਗ੍ਰਾਮ ਇਹੋ ਜਿਹੇ ਪਲੇਟਫਾਰਮਸ ਕਿਸ ਤਰ੍ਹਾਂ ਬੱਚਿਆਂ ਨੂੰ ਹਾਰਮ ਕਰਦੇ ਹੈ, ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹੈ। ਕਿਸ ਤਰ੍ਹਾਂ ਫੇਸਬੁੱਕ ਦੇ ਉੱਤੇ ਲੋਕੀ ਗਲਤ ਜਾਣਕਾਰੀ ਫੈਲਾ ਰਹੇ, ਵਾਇਲੈਂਸ, ਅਹਿੰਸਾ ਨੂੰ ਪ੍ਰਮੋਟ ਕਰਦੇ ਹੈ। ਐਂਡ ਫੇਸਬੁੱਕ ਨੇ ਇਨ ਚੀਜ਼ਾਂ ਨੂੰ ਖਤਮ ਕਰਨ ਦੀ ਬਜਾਏ ਹੋਰ ਵਧਾਇਆ ਪ੍ਰੋਫਿਟਸ ਲਈ। ਸੋ ਇਹ ਬਹੁਤ ਵੱਡਾ ਐਕਸਪੋਜ਼ ਸੀਗਾ।
ਉਸ ਤੋਂ ਬਾਅਦ ਫੇਸਬੁੱਕ ਦੇ ਵੱਖ-ਵੱਖ ਹੀਅਰਿੰਗਸ ਵੀ ਹੋਈਆਂ ਐਂਡ ਹਲੇ ਵੀ ਕਾਫੀ ਕੁਝ ਚੱਲ ਰਿਹਾ, ਉਹਦੀ ਵੀ ਹੋਰ ਰਿਪੋਰਟਿੰਗ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਟ ਅੱਜ ਫੇਸਬੁੱਕ CEO ਮਾਰਕ ਜ਼ਕਰਬਰਗ ਨੇ ਅਨਾਉਂਸ ਕੀਤਾ ਕਿ ਫੇਸਬੁੱਕ ਆਪ ਦਾ ਨਾਮ ਬਦਲ ਰਿਹਾ ਹੈ। ਯੈਸ, ਫੇਸਬੁੱਕ ਹੁਣ ਫੇਸਬੁੱਕ ਨਹੀਂ ਜਾਣੀ ਜਾਊਗੀ, ਫੇਸਬੁੱਕ ਨੂੰ ਹੁਣ ਮੈਟਾ ਕਿਹਾ ਜਾਊਗਾ। I can't help but laugh at this, you know, ਅਗਰ ਇੰਨਾ ਹੀ ਆਸਾਨ ਹੁੰਦਾ ਕਿ ਤੁਸੀਂ ਨਾਮ ਬਦਲ ਕੇ ਆਪ ਦੀ ਪ੍ਰੋਬਲਮਸ ਵੀ ਖਤਮ ਕਰ ਲਓ, then ਹਰ ਇੱਕ ਕੋਈ ਹਰ ਦੂਜੇ ਦੇ ਨਾਮ ਦਾ ਨਾਮ ਬਦਲਣ ਨੂੰ ਫਿਰਦਾ। But in any case, Mark Zuckerberg, you know, he wants to change the company name to Meta, and ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਜੋ ਡਿਜੀਟਲ ਵਰਲਡ ਹੈਗਾ ਮੈਟਾਵਰਸ, ਇੰਸਟੈਡ ਆਫ ਯੂਨੀਵਰਸ ਇਹ ਮੈਟਾਵਰਸ ਇਹਨਾਂ ਨੇ ਲਫ਼ਜ਼ ਵਰਤਿਆ ਕਿ ਡਿਜੀਟਲ ਵਰਲਡ ਯੂ ਨੋ ਇਹ ਚੀਜ਼ਾਂ ਹੋਣਗੀ ਜਿਹਦੇ ਵਿੱਚ ਵਰਚੁਅਲ ਰਿਐਲਿਟੀ, ਤੁਸੀਂ ਉਹ ਚਸ਼ਮੇ ਪਾ ਕੇ ਕੁਝ ਹੋਰ ਚੀਜ਼ਾਂ ਵੇਖ ਸਕਦੇ ਹੋ, ਹੈਡਸੈਟਸ ਐਂਡ ਇਹੋ ਜਿਹੀ ਚੀਜ਼ਾਂ। ਇਹ ਅਗਲਾ ਕਦਮ ਹੈ ਮੋਬਾਈਲ ਇੰਟਰਨੈਟ ਤੋਂ ਬਾਅਦ, ਐਂਡ ਫੇਸਬੁੱਕ ਉਹਦੇ ਲਈ ਤਿਆਰ ਹੋ ਰਿਹਾ। ਬਟ ਇਹ ਤਾਂ ਚਲੋ ਸਿਲੀਕਨ ਵੈਲੀ ਦੀ ਨਿਊਜ਼ ਸੀਗੀ। ਸਭ ਤੋਂ ਵੱਡੀ ਅੱਜ ਦੀ ਖਬਰ ਖਾਸ ਕਰਕੇ ਅਮਰੀਕਾ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ, ਵੈਸਟਰਨ ਵਰਲਡਸ ਦੇ ਵਿੱਚ ਇਹੀ ਸੀਗੀ ਕਿ ਵਾਸ਼ਿੰਗਟਨ DC ਦੇ ਵਿੱਚ ਪਹਿਲੀ ਵਾਰੀ ਵਾਸ਼ਿੰਗਟਨ DC ਦੇ ਵਿੱਚ ਆਇਲ ਐਂਡ ਗੈਸ ਐਗਜ਼ੀਕਿਊਟਿਵਸ, ਵੱਡੇ ਗੈਸੋਲੀਨ ਕੰਪਨੀ ਦੇ CEOs ਅੱਜ ਕਾਂਗਰਸ ਦੇ ਅੱਗੇ ਟੈਸਟੀਫਾਈ ਕਰਕੇ ਹਟੇ ਹੈ। ਉਹਨਾਂ ਨੂੰ ਪਹਿਲੀ ਵਾਰੀ ਜਵਾਬ ਦੇਣਾ ਪਿਆ ਕਿ ਜੋ ਰੀਸੈਂਟ ਰਿਪੋਰਟਿੰਗ ਨਿਕਲੀ ਹੈ ਕਿ ਕਿਸ ਤਰ੍ਹਾਂ ਜੋ ਇਹ ਵੱਡੀ ਆਇਲ ਕੰਪਨੀਜ਼ ਹਨ, ਭਾਵੇਂ ਐਕਸਨ ਹੋਏ, ਭਾਵੇਂ BP ਹੋਏ, ਸ਼ੈਲ, ਸ਼ੈਵਰਾਨ, ਦੈਟ ਇਹਨਾਂ ਨੂੰ ਸਾਲਾਂ ਤੋਂ, ਦਹਾਕਿਆਂ ਤੋਂ ਪਤਾ ਸੀ ਕਿ ਆਇਲ ਐਂਡ ਗੈਸ ਦਾ ਕਲਾਈਮੇਟ ਚੇਂਜ ਦੇ ਵਿੱਚ ਕੀ ਰੋਲ ਆ, ਕਿ ਜਿੱਥੇ ਅਸੀਂ ਇਨਵਾਇਰਨਮੈਂਟ ਦੀ ਗੱਲ ਕਰਦੇ ਹਾਂ ਕਿ ਕਲਾਈਮੇਟ ਚੇਂਜ ਹੋ ਰਿਹਾ ਹੈ, ਇਹ ਧਰਤੀ ਹੋਰ ਗਰਮ ਹੋ ਰਹੀ ਹੈ, ਇਹਦੇ ਕਰਕੇ ਵੱਖ-ਵੱਖ ਚੀਜ਼ਾਂ ਹੋ ਰਹੀਆਂ, ਭਾਵੇਂ ਉਹ ਵੱਡੇ ਤੂਫਾਨ ਹੋਣ, ਭਾਵੇਂ ਉਹ ਵਾਈਲਡ ਫਾਇਰਸ ਹੋਣ, ਭਾਵੇਂ ਉਹ ਫਲੱਡਸ ਹੋਣ, ਭਾਵੇਂ ਉਹ ਮੈਲਟਿੰਗ ਆਈਸ ਗਲੇਸ਼ੀਅਰਸ ਹੋਣ ਜਿਹਦੇ ਕਰਕੇ ਸੀ ਲੈਵਲ ਉੱਠ ਰਿਹਾ। ਇਹ ਸਾਰੀ ਚੀਜ਼ਾਂ ਦੇ ਵਿੱਚ ਬਿਗ ਆਇਲ ਐਂਡ ਗੈਸ ਦਾ ਬਹੁਤ ਵੱਡਾ ਰੋਲ ਸੀਗਾ। ਐਂਡ ਅੱਜ ਪਹਿਲੀ ਵਾਰੀ ਇਨ ਐਗਜ਼ੀਕਿਊਟਿਵਸ ਨੂੰ ਵਾਸ਼ਿੰਗਟਨ DC ਦੇ ਵਿੱਚ ਸੱਦਿਆ ਗਿਆ ਜਵਾਬ ਦੇਣ ਲਈ ਕਿ ਕੀ ਤੁਹਾਨੂੰ ਪਤਾ ਸੀ, ਐਂਡ ਅਗਰ ਤੁਹਾਨੂੰ ਪਤਾ ਸੀ ਤੁਸੀਂ ਕੀ ਕੀਤਾ ਉਹਦੇ ਬਾਰੇ, ਐਂਡ ਅਗਰ ਤੁਹਾਨੂੰ ਨਹੀਂ ਪਤਾ ਸੀ ਤੁਸੀਂ ਹੁਣ ਕੀ ਕਰੋਗੇ। ਨਾਓ ਦੈਟ ਯੂ ਨੋ, ਹੁਣ ਜਦੋਂ ਤੁਹਾਨੂੰ ਪਤਾ ਹੈ ਕਿ ਕਲਾਈਮੇਟ ਚੇਂਜ ਕਿੰਨੀ ਤੇਜ਼ੀ ਦੇ ਨਾਲ ਇਨਵਾਇਰਨਮੈਂਟ ਨੂੰ ਅਫੈਕਟ ਕਰ ਰਿਹਾ ਹੈ ਐਂਡ ਉਹਦੇ ਵਿੱਚ ਗੈਸੋਲੀਨ ਦਾ ਕਿੰਨਾ ਵੱਡਾ ਰੋਲ ਹੈ, ਹੁਣ ਤੁਸੀਂ ਕੀ ਕਰੋਗੇ। ਸੋ ਇਨ ਸਾਰੀ ਚੀਜ਼ਾਂ ਦੇ ਜਵਾਬ ਤਾਂ ਮੈਂ ਕੀ ਕਵਾਂਗੀ ਹੁਣ, ਯੂ ਨੋ ਆਫ ਕੋਰਸ ਐਕਸਨ ਦੇ CEO, BP ਦੇ CEO ਸਿੱਧਾ ਜਵਾਬ ਤਾਂ ਨਹੀਂ ਦੇਣਗੇ, ਬਟ ਇਟ ਵਾਜ਼ ਹਿਸਟੋਰਿਕ। ਇਨ ਫੈਕਟ ਇਹ ਜੋ ਹੀਅਰਿੰਗਸ ਹੈਗੀਆਂ, ਸ਼ਾਇਦ ਤੁਹਾਨੂੰ ਯਾਦ ਹੋਏਗਾ ਅਗਰ ਤੁਸੀਂ ਇੱਥੇ ਪੁਰਾਣੇ ਦੇ ਰਹਿੰਦੇ ਹੋ, 1990s ਦੇ ਵਿੱਚ ਟੋਬੈਕੋ ਇੰਡਸਟਰੀ, ਜੋ ਬਿਗ ਟੋਬੈਕੋ ਸਿਗਰਟ ਟੋਬੈਕੋ ਇੰਡਸਟਰੀ ਹੈਗੀ, ਉਹਨਾਂ ਦੇ ਐਗਜ਼ੀਕਿਊਟਿਵਸ ਨੂੰ ਬੁਲਾਇਆ ਗਿਆ ਸੀ ਵਾਸ਼ਿੰਗਟਨ DC ਦੇ ਵਿੱਚ। ਕੁਝ ਇਹੋ ਜਿਹੇ ਸਵਾਲ ਪੁੱਛੇ ਗਏ ਸੀ ਕਿ ਕੀ ਇਸ ਇੰਨੀ ਵੱਡੀ ਇੰਡਸਟਰੀ ਨੂੰ ਪਤਾ ਸੀ ਕਿ ਟੋਬੈਕੋ ਦੇ ਕਿੰਨੇ ਤੁਹਾਡੀ ਹੈਲਥ ਤੇ ਕਿੰਨੇ ਮਾੜੇ ਇਫੈਕਟ ਹੁੰਦੇ ਹੈ। ਐਂਡ ਵਾਂਸ ਅਗੇਨ ਅਗਰ ਤੁਸੀਂ ਅੱਜ ਕੰਪੇਅਰ ਟੂ ਟੁਡੇ, ਅੱਜ ਜੋ ਸਿਗਰਟਸ ਨੂੰ ਲੈ ਕੇ, ਟੋਬੈਕੋ ਨੂੰ ਲੈ ਕੇ ਲੋਕਾਂ ਦਾ ਓਵਰਆਲ ਮਾਈਂਡਸੈਟ ਹੈ ਉਹ ਕਿੰਨਾ ਬਦਲਿਆ। ਉਹ ਹੀਅਰਿੰਗਸ ਤੋਂ ਪਹਿਲੇ ਥਾਂ ਤੇ ਰੈਸਟੋਰੈਂਟਸ ਦੇ ਵਿੱਚ ਲੋਕੀ ਸਿਗਰਟ ਪੀਂਦੇ ਸੀ, ਆਫਿਸਿਸ ਦੇ ਵਿੱਚ ਸਿਗਰਟ ਪੀਂਦੇ ਸੀ, ਇਨਸਾਈਡ देयर ਹੋਮਸ ਉਹ ਸਿਗਰਟ ਪੀਂਦੇ ਸੀ, ਗੱਡੀਆਂ ਦੇ ਵਿੱਚ ਯੂ ਨੋ ਔਰਤਾਂ ਜੋ ਪ੍ਰੈਗਨੈਂਟ ਸੀਗੀਆਂ ਉਹ ਵੀ ਸਿਗਰਟ ਪੀਂਦੇ, ਲਾਈਕ ਇਟ ਵਾਜ਼ ਬੈਡ, ਰਾਈਟ। ਤੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਿਤੇ ਨਹੀਂ ਜਾ ਸਕਦੇ ਜਿੱਥੇ ਅੰਦਰ ਸਿਗਰਟ ਅਲਾਉ ਕੀਤੀ ਜਾਂਦੀ, ਬਹੁਤ ਰੇਅਰ ਤੁਹਾਨੂੰ ਜਗ੍ਹਾਵਾਂ ਜਿੱਥੇ ਸਪੈਸ਼ਲ ਏਰੀਆਜ਼ ਹੁੰਦੇ ਹੈ। ਆਈ ਮੀਨ ਲੋਕਾਂ ਦਾ ਮਾਈਂਡਸੈਟ ਕਿਸ ਤਰ੍ਹਾਂ ਚੇਂਜ ਹੋਇਆ, ਇੰਡਸਟਰੀ ਕਿਸ ਤਰ੍ਹਾਂ ਚੇਂਜ ਹੋਈ ਹੈ, ਉਹਦੇ ਵਿੱਚ ਬਹੁਤ ਵੱਡਾ ਰੋਲ ਸੀਗਾ ਉਨ ਹੀਅਰਿੰਗਸ ਦਾ। ਬਿਕਾਜ਼ ਉਨ ਹੀਅਰਿੰਗਸ ਤੋਂ ਬਾਅਦ ਗਵਰਨਮੈਂਟ ਨੇ ਕੁਝ ਸਖਤ ਸਟੈਂਡਰਡਸ ਤੇ ਰੈਗੂਲੇਸ਼ਨਸ ਇੰਪੋਜ਼ ਕੀਤੇ ਟੋਬੈਕੋ ਇੰਡਸਟਰੀ ਤੇ। ਅੱਜ ਬਿਗ ਗੈਸੋਲੀਨ, ਆਇਲ ਐਂਡ ਗੈਸ ਦੇ ਜੋ ਐਗਜ਼ੀਕਿਊਟਿਵਸ ਪਹੁੰਚੇ, ਉਹਨਾਂ ਦੀ ਜੋ ਹੀਅਰਿੰਗ ਹੋਈ ਹੈ, ਕਈ ਲੋਕੀ ਕੰਪੇਅਰ ਕਰ ਰਹੇ ਕਿ ਇਹ ਹੀਅਰਿੰਗਸ ਇਹ ਉਨੇ ਹੀ ਸਿਗਨੀਫਿਕੈਂਟ ਹਨ ਇਸ ਇੰਡਸਟਰੀ ਲਈ ਜਿੰਨੇ ਉਹ ਟੋਬੈਕੋ ਹੀਅਰਿੰਗ ਸੀਗੀਆਂ 1990s ਦੇ ਵਿੱਚ। ਸੋ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਵ ਆਉਣਗੇ ਜਾਂ ਆਉਣਗੇ ਵੀ, ਕੁਝ ਚੇਂਜ ਹੋਏਗਾ, ਕੋਈ ਫਾਇਦਾ ਹੋਇਆ ਇਨ ਹੀਅਰਿੰਗਸ ਦਾ, ਐਂਡ ਅਗਰ ਕੁਝ ਚੇਂਜ ਹੋਏਗਾ ਦੈਨ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ। ਇੱਕ ਆਮ ਆਦਮੀ ਦੇ ਪਰਸਪੈਕਟਿਵ ਤੋਂ ਤੁਸੀਂ ਗੈਸ ਪਾਉਣ ਜਾਂਦੇ ਹੋ, ਤੁਹਾਨੂੰ ਕੀ ਚੇਂਜਸ ਆਉਣਗੇ ਤੁਹਾਡੇ ਉਸ ਐਕਸਪੀਰੀਅੰਸ ਦੇ ਵਿੱਚ, ਗੈਸ ਪ੍ਰਾਈਸਿਸ ਦੇ ਵਿੱਚ। ਐਂਡ ਦੂਜੇ ਪਾਸੇ ਸਾਡੀ ਕਮਿਊਨਿਟੀ ਦੇ ਵਿੱਚ
ਕਾਫੀ ਸਾਰਿਆਂ ਨੇ ਬਹੁਤ ਤਰੱਕੀ ਕੀਤੀ ਹੈ ਇਨ ਇੰਡਸਟਰੀਜ਼ ਦੇ ਵਿੱਚ, ਭਾਵੇਂ ਉਹ ਗੈਸੋਲੀਨ ਹੋਏ ਜਾਂ ਟਰਾਂਸਪੋਰਟੇਸ਼ਨ ਹੋਏ ਜੋ ਬਹੁਤ ਕਰੀਬੀ ਦੇ ਨਾਲ ਜੁੜੀ ਹੋਈ ਹੈ ਗੈਸੋਲੀਨ ਇੰਡਸਟਰੀ ਦੇ ਨਾਲ। ਸੋ ਜਿੱਥੇ ਇਸ ਇੰਡਸਟਰੀ ਇਸ ਬਿਜ਼ਨਸ ਦੇ ਫਿਊਚਰ ਦੀ ਗੱਲ ਆਉਂਦੀ ਹੈ ਉਹਨੂੰ ਲੈ ਕੇ ਥੋੜੀ ਡਿਸਕਸ਼ਨ ਕਰਾਂਗੇ। ਆਇਲ ਐਂਡ ਗੈਸ ਇੰਡਸਟਰੀ ਤੋਂ ਇੱਕ ਐਗਜ਼ੀਕਿਊਟਿਵ ਸਾਡੇ ਨਾਲ ਜੁੜਨਗੇ, ਮਿਲਦੇ ਆ ਬ੍ਰੇਕ ਤੋਂ ਉਸ ਪਾਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਅੱਜ ਜੋ ਵੱਡੀ ਖਬਰ ਵਾਸ਼ਿੰਗਟਨ ਡੀਸੀ ਦੇ ਵਿੱਚ ਪਹੁੰਚੇ ਗੈਸ ਇੰਡਸਟਰੀ ਦੇ ਟਾਪ ਐਗਜ਼ੀਕਿਊਟਿਵਸ ਐਕਸਾਨ ਮੋਬਿਲ ਸ਼ੈਵਰਾਨ BP ਇਹਨਾਂ ਦੇ CEOs ਅੱਜ ਟੈਸਟੀਫਾਈ ਕਰਕੇ ਹਟੇ ਹੈ ਇਨ ਫਰੰਟ ਆਫ ਹਾਊਸ ਡੈਮੋਕ੍ਰੈਟਸ ਐਂਡ ਰਿਪਬਲਿਕਨਸ ਜਿਨ੍ਹਾਂ ਨੇ ਇਹ ਹੀਅਰਿੰਗ ਅਰੇਂਜ ਕੀਤੀ ਟੂ ਡਿਮਾਂਡ ਆਨਸਰਸ ਫਰਮ ਥੀਸ ਇੰਡਸਟਰੀ ਐਗਜ਼ੀਕਿਊਟਿਵਸ ਕਿ ਕੀ ਜੋ ਵੱਡੀ ਆਇਲ ਐਂਡ ਗੈਸ ਦੀ ਇੰਡਸਟਰੀ ਹੈਗੀ ਕੀ ਉਹਨਾਂ ਨੂੰ ਪਤਾ ਸੀ ਕਿ ਗੈਸੋਲੀਨ ਦਾ ਕੀ ਰੋਲ ਹੈਗਾ ਕਲਾਈਮੇਟ ਚੇਂਜ ਦੇ ਵਿੱਚ। ਸੋ ਆਫ ਕੋਰਸ ਅਗਰ ਗੈਸੋਲੀਨ ਦੀ ਗੱਲ ਹੁੰਦੀ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਅੱਜ ਐਕਸਪਰਟ ਗੈਸਟ ਨੂੰ ਇੱਥੇ ਜੁਆਇਨ ਕਰਦੇ ਹੋਏ। ਆਮ ਸੋ ਗਲੈਡ that they can share some industry insight ਸਾਡੇ ਸਾਰਿਆਂ ਦੇ ਨਾਲ। ਸੋ ਪਲੀਜ਼ join me in welcoming joining us from New Jersey ਜਸਬੀਰ ਚਾਂਦੀ ਜੀ। ਸਭ ਤੋਂ ਪਹਿਲੇ ਜਸਬੀਰ ਜੀ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। So good to have you, Jasbir ji. PNJ Fuel, you are the head honcho representing ना कि सिर्फ साडी जो community दी presence हैगी gasoline industry दे विच, but you are one of the larger players in the New Jersey market. So I'm really glad कि तुसी साडे नाल आज जुड़ सके for this topic. सब तो पहले जसबीर जी, I have to start with जो मायने ये hearings रख दी हैं, right? कुछ reporting ये भी कह रही है कि जो 1990s दे विच tobacco hearings ਹੋਈਆਂ ਸੀ ਕਿ ਟੋਬੈਕੋ ਸਿਗਰਟ ਟੋਬੈਕੋ ਕਿਸ ਤਰ੍ਹਾਂ ਦੇ ਡੈਵਸਟੇਟਿੰਗ ਹੈਲਥ ਇਫੈਕਟਸ ਕਰਦੀ ਹੈ, ਜਿਸ ਤੋਂ ਬਾਅਦ ਕਾਫੀ ਸਖਤੀ ਦੇ ਨਾਲ ਸਿਗਰਟਸ ਨੂੰ ਇਨਡੋਰ ਜਗ੍ਹਾਵਾਂ ਦੇ ਵਿੱਚ ਬੈਨ ਕੀਤਾ ਗਿਆ, ਲੋਕਾਂ ਦੀ ਹੈਬਿਟਸ ਚੇਂਜ ਹੋਈਆਂ ਹੌਲੀ ਹੌਲੀ, ਬਟ ਦੇयर हैज बीन अ बिग चेंज इन द टोबैको इंडस्ट्री आफ्टर दोज हीयरिंग्स। ਇਹ ਜੋ ਅੱਜ ਗੈਸੋਲੀਨ ਐਗਜ਼ੀਕਿਊਟਿਵਸ ਦੇ ਨਾਲ ਹੀਅਰਿੰਗਸ ਹੋਈਆਂ ਇਹਨਾਂ ਨੂੰ ਕੰਪੇਅਰ ਕੀਤਾ ਜਾ ਰਿਹਾ ਟੂ ਦੀ ਟੋਬੈਕੋ ਹੀਅਰਿੰਗਸ ਆਫ ਦ 1990s। ਤੁਸੀਂ ਇੰਡਸਟਰੀ ਦੇ ਵਿੱਚ ਆਪਰੇਟ ਕਰਦੇ ਹੋ, ਤੁਸੀਂ ਇਸ ਗੱਲ ਨਾਲ ਸਹਿਮਤੀ ਰੱਖਦੇ ਹੋ ਕਿ ਅੱਜ ਜੋ ਇਹ ਹੀਅਰਿੰਗਸ ਹੋਈਆਂ ਬਿਗ ਆਇਲ ਐਗਜ਼ੀਕਿਊਟਿਵਸ ਦੇ ਨਾਲ ਦੈਟ ਉਹਨਾਂ ਦੀ ਬਹੁਤ ਵੱਡੀ ਸਿਗਨੀਫੀਕੈਂਸ ਹੈ ਤੁਹਾਡੀ ਇੰਡਸਟਰੀ 'ਚ? ਅਸ਼ਮਿਤਾ ਜੀ, ਜਿੰਨੀ ਕਿ ਮੈਨੂੰ ਨੌਲੇਜ ਆ ਉਹ ਮੈਂ ਦੱਸ ਸਕਦਾ ਤੁਹਾਨੂੰ ਕਿ ਨਿਊਜ਼ ਤਾਂ ਮੈਂ ਇਹ ਨਹੀਂ ਸੁਣੀ, ਪਰ ਜਿਹੜੀ ਇਹ ਤੁਸੀਂ ਗੱਲ ਕਰ ਰਹੇ ਆ ਇਹ ਕਲਾਈਮੇਟ ਚੇਂਜ ਦੀ, ਇਹ ਪਿਛਲੇ ਮੈਂ 25-30 ਸਾਲ ਤੋਂ ਇਸ ਬਿਜ਼ਨਸ ਦੇ ਵਿੱਚ ਹੈਗਾ ਤੇ ਆਈ ਡੋਂਟ ਨੋ ਦਿਸ ਇਜ਼ ਰਿਐਲਿਟੀ ਹੈਗੀ ਹੈ ਕਿ ਨਹੀਂ ਹੈਗੀ, ਪਰ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਦੇ ਵਿੱਚ ਵੀ ਦੱਸਿਆ ਸੀ ਜਦੋਂ ਕੋਵਿਡ ਦੇ ਦੌਰਾਨ ਸਾਰੀ ਮਸ਼ੀਨਰੀ ਜਿਹੜੀ ਵਹੀਕਲਸ ਬੰਦ ਹੋ ਗਿਆ ਸੀ ਉਸ ਟਾਈਮ ਮੌਸਮ ਜਿਹੜਾ ਕਾਫੀ ਕਲੀਅਰ ਹੋ ਗਿਆ ਸੀ। ਤੇ ਇਹ ਨਹੀਂ ਹੁਣ ਮੈਨੂੰ ਪਤਾ ਕਿ ਇੱਥੇ ਇਸ ਅਗਰ ਸਾਡੇ ਕੋਲ ਆਇਲ ਐਂਡ ਗੈਸ ਨਹੀਂ ਹੈਗਾ ਤੇ ਇਹਦਾ ਕੋਈ ਅਲਟਰਨੇਟਿਵ ਐਗਜ਼ੈਕਟਲੀ ਦੋਜ਼ EV ਕਾਰ ਜੋ ਇਲੈਕਟ੍ਰਿਕ ਕਾਰਾਂ ਹੈਗੀਆਂ ਉਹ ਸਾਰਾ ਪੂਰਾ ਇੰਨੀ ਛੇਤੀ ਜਲਦੀ ਆ ਸਕਣਗੀਆਂ ਕਿ ਨਹੀਂ ਆ ਸਕਣਗੀਆਂ, ਪਰ ਡੈਫੀਨੇਟਲੀ ਆਇਲ ਐਂਡ ਗੈਸ ਜਿਹੜੀ ਆ ਇਹ ਡਿਕਲਾਈਨ ਜਾ ਰਹੀ ਆ। ਮਤਲਬ ਕਹਿਣ ਦਾ ਜੋ ਵਾਲੀਅਮ ਵਗੈਰਾ ਪਹਿਲਾਂ ਸੀਗੇ ਉਸ ਤੋਂ ਅੱਗੇ ਬੇਸ਼ੱਕ ਪਬਲਿਕ ਜਿਹੜੀ ਆ ਅੱਗੇ ਤੋਂ ਅੱਗੇ ਇੱਥੇ ਵੱਧਦੀ ਜਾ ਰਹੀ ਆ, ਆਲ ਓਵਰ ਦ ਵਰਲਡ ਤੋਂ ਲੋਕ ਆਉਂਦੇ ਆ, ਪਰ ਫਿਰ ਵੀ ਆਈ ਥਿੰਕ ਦ ਬਿਜ਼ਨਸ ਇਜ਼ ਡਿਕਲਾਈਨਿੰਗ। ਆਈ ਡੋਂਟ ਨੋ ਇਫ ਦਿਸ ਇਜ਼ 100% is going away, gasoline or not. जी I'm glad कि तुसी ये sentiment साडे नाल शेयर कीता। I want to read one of the quotes जो आज इन executives ने दिती about this exact point जो तुसी कह रहे हो business the future नू लेके। So once again this is from the CEO of BP जिन्हां ने आज कांग्रेस अगे testify कीता। उन्होंने कहा that भावें इस कंपनी दा गोल है, भावें BP ने एक गोल सेट कीता है that we're going to reach net zero by 2050. Net zero meaning कि उन्हां दे जो carbon emissions हैं वो बिल्कुल zero 2050 तक उन्हां दा करन दा गोल आ। But they said that एदा ये मतलब नहीं कि BP oil and gas business तो हट रहा है। And in fact once again
talking about some of the statements given by these executives, they have also said that, you know, we acknowledge that climate change is an issue, but oil and gas is not going anywhere. Jasbir ji, you know, ਸਾਡੀ ਕਮਿਊਨਿਟੀ ਦੇ ਵਿੱਚ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਹੈ ਜਿੱਥੇ ਗੈਸੋਲੀਨ ਤੇ ਟਰਾਂਸਪੋਰਟ ਬਿਜ਼ਨਸ ਦੀ ਗੱਲ ਆਉਂਦੀ ਹੈ. You know, once again, if it's not going anywhere, is industry the future ਹੈਗਾ ਕੀ ਤੁਹਾਡੇ ਖਿਆਲ ਚ? I mean, you must be looking at, you know, 5-year, 10-year, 15, 20-year projections from a business perspective, ਜੋ ਸਾਡੇ viewers ਵੇਖ ਰਹੇ ਆ, ਜੋ ਸ਼ਾਇਦ ਇਸ ਪਾਸੇ ਜੁੜੇ ਹੋਏ ਹੈ. You know, ਅਗਰ ਕਿਸੇ ਦਾ ਇੱਕ ਗੈਸ ਸਟੇਸ਼ਨ ਹੈ, 2 ਗੈਸ ਸਟੇਸ਼ਨ ਹੈ, ਛੋਟੀ ਟਰੱਕਿੰਗ ਕੰਪਨੀ ਹੈਗੀ, they're wondering ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਦਾ ਬਦਲਾਵ ਆਏਗਾ. ਤੁਹਾਡੀ ਕੀ ਇਸ ਚੀਜ਼ ਬਾਰੇ ਜਾਣਕਾਰੀ ਹੈਗੀ? ਡੈਫੀਨੇਟਲੀ, ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਬਿਜ਼ਨਸ ਤਾਂ ਅੱਗੇ ਫਿਊਚਰ ਦੇ ਵਿੱਚ ਇਹ ਡਿਕਲਾਈਨ ਕਰੇਗਾ ਹੀ ਕਰੇਗਾ, ਪਰ ਨੈਕਸਟ 10 15 20 ਸਾਲ ਤੱਕ ਜੋ ਅਸੀਂ ਸਾਰੇ ਸਪਲਾਇਰ ਲਾ ਲਓ ਜਾਂ ਗੈਸ ਸਟੇਸ਼ਨਾਂ ਵਾਲੀ ਗੱਲਾਂ ਬਾਤਾਂ ਕਰਦੇ ਰਹੀਦਾ, ਪਰ ਨੈਕਸਟ 15 20 ਸਾਲ ਤੱਕ ਡਿਕਲਾਈਨ ਜ਼ਰੂਰ ਹੋਏਗਾ, ਪਰ 100% ਇਹ ਬਿਜ਼ਨਸ ਜਾਏਗਾ ਨਹੀਂਗਾ. ਤੇ ਆਈ ਥਿੰਕ because I'm in this business, I don't want this business to go away. Of course. Yeah. And it's not just, you know, gasoline is just one ek hissa हैगा. Gasoline and oil ਦੇ ਨਾਲ ਜੁੜੀ ਹੋਈ ਜੋ transportation industry ਹੈਗੀ, again ਜਿਹਦੇ ਵਿੱਚ ਸਾਡੀ community ਦੀ ਬਹੁਤ ਵੱਡੀ representation ਹੈ. ਅਸੀਂ ਮਿਹਨਤ ਕਰਕੇ ਤਰੱਕੀ ਕਰ ਰਹੇ ਹਾਂ ਉਸ space ਦੇ ਵਿੱਚ. I'm sure they are very closely watching this as well. Jasbir ji, I have some more questions ਇਸ ਮੁੱਦੇ ਨੂੰ ਲੈ ਕੇ ਤੁਹਾਡੇ ਨਾਲ ਮੈਂ ਥੋੜੇ ਜਿਹੇ ਹੋਰ ਸਵਾਲ ਰੱਖਣਾ ਚਾਹੁੰਦੀ ਹਾਂ ਤੇ ਇੱਕ ਛੋਟੀ ਜਿਹੀ ਬ੍ਰੇਕ ਲਈ ਸਾਨੂੰ ਰੁਕਣਾ ਪੈ ਰਿਹਾ. ਜਸਬੀਰ ਚਾਂਦੀ ਜੀ ਸਾਡੇ ਨਾਲ ਜੁੜੇ ਹਨ. ਵਿਊਅਰਸ, ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ. ਅੱਜ ਜੋ ਇਹ ਹਿਸਟੋਰਿਕ ਹੀਅਰਿੰਗਸ ਹੋਈਆਂ ਵਾਸ਼ਿੰਗਟਨ ਡੀਸੀ ਦੇ ਵਿੱਚ ਆਇਲ ਐਂਡ ਗੈਸ ਨੂੰ ਲੈ ਕੇ, ਇਹਦੀ ਡਿਸਕਸ਼ਨ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ. ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ. ਸਾਡੇ ਨਾਲ ਜੁੜੇ ਹਨ ਟੂ ਕਮੈਂਟ ਔਨ ਦੀ ਹਿਸਟੋਰਿਕ ਆਇਲ ਐਂਡ ਗੈਸ ਹੀਅਰਿੰਗਸ ਜੋ ਅੱਜ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਈਆਂ, ਜਸਬੀਰ ਚਾਂਦੀ ਜੀ ਫਰਮ ਨਿਊ ਜਰਸੀ ਆਫ P&J ਫਿਊਲ. ਜਸਬੀਰ ਜੀ, ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ. ਜੋ ਸਾਡੇ ਵਿਊਅਰਸ ਇੱਥੇ ਈਸਟ ਕੋਸਟ ਦੇ ਵਿੱਚ ਰਹਿੰਦੇ ਹੈ, ਨੋ ਡਾਊਟ ਦੇ ਹੈਵ ਸੀਨ ਯੋਰ ਕੰਪਨੀ, ਯੋਰ ਵਰਕ, ਯੋਰ ਬ੍ਰਾਂਡ. ਤੁਸੀਂ ਸਾਡੇ ਚੈਨਲ ਤੇ ਵੀ ਕਾਫੀ ਯੂ ਨੋ ਪ੍ਰਮੋਟ ਕਰਦੇ ਹੋ ਆਪਦੇ ਬਿਜ਼ਨਸ ਨੂੰ. But the business is changing, right? So the oil and gas industry is definitely changing. President Biden ने indicate किया है that climate change उन्हां दी एक priority हैगी. किन्ना को ओदे ते काम करदे है या किन्नी policy and legislation लेके आ सकदे, वो दूजी गल है. But it does seem that his party, Democrats, इस agenda ਨੂੰ push कर रहे हैं. But ਇਹ ਜੋ agenda है climate change ਨੂੰ लेके oil and gas ਦਾ जो role ਰਿਹਾ है, ਇਹ ਭਾਵੇਂ ਅੱਜ ਇਹ ਹੀਅਰਿੰਗ ਜ਼ਰੂਰ ਹੋਈ ਹੈ, ਬਟ ਦਿਸ ਗੋਜ਼ ਵੇ ਫਾਰ ਬੈਕ. ਜਸਬੀਰ ਜੀ, ਤੁਸੀਂ ਕਹਿ ਰਹੇ ਸੀ ਕਿ ਤੁਸੀਂ 25-30 ਸਾਲਾਂ ਤੋਂ ਇਸ ਬਿਜ਼ਨਸ ਦੇ ਵਿੱਚ ਹੈਗੇ. ਜਦੋਂ ਤੁਸੀਂ ਪਹਿਲੇ ਸ਼ੁਰੂ ਕੀਤੀ ਸੀ ਇਸ ਇੰਡਸਟਰੀ ਦੇ ਵਿੱਚ ਕੰਮ ਕਰਨਾ, ਯੂ ਨੋ ਸਟਾਰਟਿੰਗ ਵੇ ਬੈਕ ਦੈਨ, ਕਿਸ ਤਰ੍ਹਾਂ ਦਾ ਉਸ ਟਾਈਮ ਕਲਾਈਮੇਟ ਚੇਂਜ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਈਂਡਸੈਟ ਸੀਗਾ ਇੰਡਸਟਰੀ ਦੇ ਵਿੱਚ? ਵਾਜ਼ ਇਟ ਸਮਥਿੰਗ ਜੋ ਕਦੀ acknowledge ਕੀਤੀ ਗਈ ਸੀ back then, or is it more of a recent phenomenon? ਅਸ਼ਮਿਤਾ ਜੀ, ਇਹ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਅਸੀਂ ਇਹ ਕੰਮ ਸਟਾਰਟ ਕੀਤਾ ਸੀ ਉਸ ਵੇਲੇ ਕਲਾਈਮੇਟ ਦੇ ਬਾਰੇ ਤਾਂ ਕਿਸੇ ਨੂੰ ਕੁਝ ਪਤਾ ਹੀ ਨਹੀਂ ਸੀਗਾ ਕਿ ਗੈਸ ਦਾ ਇਹ ਪੋਲੂਸ਼ਨ ਹੈ, ਦਿਸ ਐਂਡ ਦੈਟ. ਈਵਨ ਜਿਹੜੇ ਉਸ ਤੋਂ ਬਾਅਦ ਪਾਲਿਸੀਆਂ ਵਗੈਰਾ ਕਾਫੀ ਟਫ ਹੋ ਗਈਆਂ, ਨਹੀਂ ਤਾਂ ਪਹਿਲੇ ਤਾਂ ਕੋਈ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਗੈਸ ਦੇ ਨਾਲ ਕੀ ਹਾਰਮ ਹੁੰਦਾ, ਕੁਛ ਨਹੀਂ, ਕਿਸੇ ਨੂੰ ਪੋਲੂਸ਼ਨ ਬਾਰੇ ਬਿਲਕੁਲ ਨਹੀਂ ਸੀ ਪਤਾ. ਉਸ ਤੋਂ ਬਾਅਦ ਤਾਂ ਕਾਫੀ ਕੁਛ ਇਕੁਇਪਮੈਂਟ ਨਵੇਂ ਲਗਾਏ ਗਏ ਆ ਗੈਸ ਸਟੇਸ਼ਨਾਂ ਤੇ ਵੀ, ਟੈਂਕਰ ਟਰੱਕਾਂ ਨੂੰ ਵੀ, ਕਿ ਜਿਨ੍ਹਾਂ ਦੇ ਨਾਲ ਘੱਟ ਤੋਂ ਘੱਟ ਪੋਲੂਸ਼ਨ ਹੋ ਸਕੇ. ਪਰ ਅਗੇਨ ਜਿਹੜੀ 25-30 ਸਾਲ ਤੋਂ ਪਹਿਲੋਂ ਦੀ ਇੰਡਸਟਰੀ ਸੀ, ਜੇ ਵਾਲੀਅਮ ਦੀ ਤੁਸੀਂ ਉਸ ਵੇਲੇ ਦੀ ਗੱਲ ਲਓ, ਉਸ ਵੇਲੇ ਵਾਲੀਅਮ ਇੰਨਾ ਨਹੀਂ ਸੀ ਜਿੰਨਾ ਇਸ ਵੇਲੇ ਵਾਲੀਅਮ ਹੈਗਾ, ਕਿਉਂਕਿ ਇੱਕ ਤਾਂ ਨੰਬਰ ਆਫ ਪੀਪਲ, ਆਈ ਥਿੰਕ ਪਾਪੂਲੇਸ਼ਨ ਵੱਧ ਗਈ. ਆਲ ਓਵਰ ਦ ਵਰਲਡ ਤੋਂ ਇੱਥੇ ਲੋਕ ਆ ਰਹੇ ਆ, ਤੇ ਈਵਨ ਇੰਡੀਆ ਜਾਓ ਤੁਸੀਂ, ਇੰਡੀਆ ਕਿੰਨਾ ਪੋਲੂਸ਼ਨ ਹੋਇਆ. ਸੋ ਆਈ ਥਿੰਕਸ ਦ ਗਵਰਨਮੈਂਟ ਜਦ ਚੇਂਜ ਹੁੰਦੇ ਆ ਨਾ, ਪਹਿਲਾਂ ਆਪਣੇ ਰਿਪਬਲਿਕਨ ਸੀਗੇ, ਉਹਨਾਂ ਦੀਆਂ ਪਾਲਿਸੀਆਂ ਹੋਰ ਸੀਗੀਆਂ, ਐਂਡ ਡੈਮੋਕ੍ਰੇਟਿਕ ਦੀਆਂ ਹੋਰ ਪਾਲਿਸੀਆਂ ਹੈਗੀਆਂ. ਡੈਮੋਕ੍ਰੇਟ ਦੇ ਡੋਂਟ ਵਾਂਟ ਐਨੀ oil to be produced in US. Yes. They want to depend on the foreign oil. And when the Republican come, they want it to be
less than 40 or $50 a barrel. But if US produce oil, it's not work for them if the cost of the crude oil is less than $50. So that's why right now the Middle East, whichever country, OPEC country, they produce oil and above $80. I think they are the winner right now there. And Mr. Biden said, I think one of the news, they don't want oil to be produced here. Gee. So the OPEC country know and they need us. So that's why every day the price is going up. Jasbir, this is, it's very interesting to see a point, about the politicization of this issue, right? Because unfortunately, we've been seeing this a lot, कि जिथे science ਦੀ ਗੱਲ ਆਂਦੀ ਹੈ ਉਹਦੇ ਵਿੱਚ politics ਕਿਸ ਤਰ੍ਹਾਂ ਵੜ ਜਾਂਦੇ ਹੈ, but unfortunately that is the state of our society right now. So ਇਸ hearing ਨੂੰ ਵੀ ਲੈ ਕੇ, since you mentioned that, ਜੋ Representative Carol Maloney ਹੈਗੇ, ਜੋ ਕਿ ਇੱਕ Democrat ਹਨ, ਉਹਨਾਂ ਨੇ ਕਿਹਾ ਹੈ that this is a historic hearing and it ਪਹਿਲੀ ਵਾਰੀ ਹੈਗੀ ਕਿ ਇਸ ਤਰ੍ਹਾਂ ਫੋਸਲ ਫਿਊਲ ਬਿਗ ਆਇਲ ਦੇ ਇੰਡਸਟਰੀ ਐਗਜ਼ੀਕਿਊਟਿਵਸ ਨੂੰ ਜਵਾਬ ਦੇਣਾ ਪੈ ਰਿਹਾ ਹੈ ਇਨ ਸਵਾਲਾਂ ਦਾ। ਬਟ ਦੂਜੇ ਪਾਸੇ ਜਸਟ ਐਕੋਇੰਗ ਵਾਟ ਯੂ ਸੈਡ, ਜੋ ਰਿਪਬਲਿਕਨ ਇਸ ਹੀਅਰਿੰਗ ਦੇ ਵਿੱਚ ਬੈਠੇ ਸੀਗੇ, Representative James Comer of Kentucky, उन्होंने कहा कि ये hearing नजायज़ है, that ਇਹਦਾ ਕੋਈ ਮਤਲਬ ਕੋਈ ਵੱਡਾ impact नहीं होएगा, that it's a distraction जो असली issues ਹਨ। Talking a little bit about the political climate around this, ਤੁਸੀਂ community ਦੇ ਵਿੱਚ ਵੀ ਵਿਚਰਦੇ ਹੋ, you are a businessman and ਕਾਫੀ active ਹੋ ਤੁਸੀਂ, ਲੋਕਾਂ ਦਾ ਤੁਹਾਨੂੰ ਕੀ ਲੱਗਦਾ ਹੈ mindset ਕੀ ਹੈਗਾ, right? Because the politics will be determined by overall how people feel about something long term. ਤੁਹਾਨੂੰ ਲੱਗਦਾ ਹੈ ਕਿ ਲੋਕੀ ਸਹਿਮਤ ਹਨ ਕਿ climate change ਨੂੰ priority ਰੱਖ ਕੇ oil and gas ਨੂੰ ਭਾਵੇਂ ਉਹ ਇੱਥੇ drilling ਹੋਏ offshore American waters ਦੇ ਵਿੱਚ drilling ਹੋਏ ਉਹਨੂੰ avoid ਕਰਨਾ ਚਾਹੀਦਾ ਹੈ, or do you think that the average American doesn't care ਕਿ ਉਹਨਾਂ ਦਾ ਤੇਲ ਕਿੱਥੋਂ ਆਉਂਦਾ ਹੈ as long as the price is cheap? I think ਜਿਹੜਾ average American ਹੈਗਾ ਆ, they don't care. All they want the best price here. I'm in this industry. I think all the customer is coming to the gas station. They're asking why the price is going up. Why the price is going up? Yep. The answer is because now we are depend on the foreign oil, and our government, the newly government, Democrat, they don't want the oil to be, pumped here in US. Hanji. So, and ਉਹਦਾ ਕਰਕੇ public ਨੂੰ ਇਹਦੇ ਨਾਲ ਇੰਨਾ ਮੇਰਾ ਖਿਆਲ ਨਹੀਂ ਹੈਗਾ, ਉਹਨਾਂ ਨੂੰ ਤਾਂ price ਦੇ ਨਾਲ ਮਤਲਬ ਹੈਗਾ, ਤੇ which makes sense, Yeah, I mean, at the end of the day, right, ਜੋ ਤੁਹਾਡੇ wallet ਨਾਲ ਜੁੜੀ ਹੋਈ ਚੀਜ਼ ਹੁੰਦੀ ਹੈ ਸਭ ਤੋਂ ਜ਼ਿਆਦਾ ਉਹੀ ਤੁਹਾਨੂੰ ਚੁਭਦੀ ਹੈ। I completely agree with that sentiment, at least. Just once again, ਇਹ ਜੋ executives ਹਨ, ਇਹਨਾਂ ਦਾ ਇੱਥੇ ਆਣਾ, ਇਸ ਤਰ੍ਹਾਂ testify ਕਰਨਾ, ਭਾਵੇਂ like you said, anytime soon industry ਨੂੰ ਨਹੀਂ change ਕਰੂਗਾ, but do you think because at this time, ਕਿਉਂਕਿ Democrats ਦੇ ਕੋਲ majority ਹੈ, House ਦੇ ਵਿੱਚ ਵੀ, Senate ਦੇ ਵਿੱਚ ਵੀ, it is difficult for them to do much with that majority, ਜਿਸ ਤਰ੍ਹਾਂ ਅਸੀਂ ਵੇਖ ਹੀ ਰਹੇ ਹਾਂ with the spending bill, but they do have a majority and President Biden is, also controls the White House right now. ਤੁਹਾਨੂੰ ਲੱਗਦਾ ਹੈ ਕਿ, just in terms of political opportunity, that government ਵੱਲੋਂ ਕੋਈ legislation, ਕੋਈ push ਹੋਏਗੀ industry ਤੇ ਕੋਈ regulations ਜਾਂ ਕੋਈ ਸਖਤੀ ਦੇ standards impose ਕਰਨ ਦੀ, or do you think that ਇਹ ਜੋ hearing ਹੈਗੀ, ਇਹ ਮਤਲਬ largely it's just for show? I think ਹੈ ਸਾਰਾ ਕੁਝ ਜੋ ਵੀ ਹੈਗਾ ਸ਼ੋਅ ਵਾਸਤੇ ਹੀ ਹੁੰਦਾ ਹੈ। ਨੈਕਸਟ 2-3 ਸਾਲਾਂ ਤੱਕ ਗਵਰਨਮੈਂਟ ਚੇਂਜ ਹੋ ਜਾਏਗੀ, then completely is gonna go the other way. So I don't think this is gonna go anywhere. It's just like show off. Show off, yeah. It certainly seemed like that. Jasbir ji, once again, this is a ਅੱਜ ਤਾਂ ਸਿਰਫ ਲੱਗਦਾ ਹੈ ਕਿ ਸ਼ੁਰੂਆਤ ਹੈਗੀ. It is just the first time that ਇਸ ਤਰ੍ਹਾਂ ਦੀ ਕੋਈ hearing ਹੋਈ ਹੈ. Let's see ਕਿ ਸਟੋਰੀ ਕਿਸ ਤਰ੍ਹਾਂ ਡਿਵੈਲਪ ਹੁੰਦੀ ਹੈ. But ਤੁਹਾਡਾ closing message viewers ਲਈ, ਖਾਸ ਕਰਕੇ ਉਹਨਾਂ ਲਈ ਜੋ ਇਸ ਬਿਜ਼ਨਸ ਦੇ ਨਾਲ ਜੁੜੇ ਹੋਏ, ਭਾਵੇਂ ਉਹ oil and gas ਹੋਏ, ਭਾਵੇਂ transportation ਹੋਏ,
ਉਹਨਾਂ ਲਈ ਤੁਹਾਡਾ overall message ਤੁਸੀਂ ਕਹੋਗੇ is it positive that they shouldn't be worried or do you think that the ਜੋ industry ਦੇ ਵਿੱਚ ਖਾਸ ਕਰਕੇ entrepreneurs ਹਨ businessmen and women ਜੋ ਆਪ ਦਾ business ਕਰ ਰਹੇ ਹੈ ਇਸ industry ਦੇ ਵਿੱਚ ਉਹਨਾਂ ਨੂੰ they should be thinking about how to evolve ਤੁਹਾਡੇ ਖਿਆਲ 'ਚ what advice would you give to people ਜੋ ਇਸ industry ਦੇ ਨਾਲ ਜੁੜੇ ਹੋਏ ਹੈ ਅਸ਼ਮਿਤਾ ਜੀ ਆਈ ਥਿੰਕਸ ਮੈਨੂੰ ਨਹੀਂ ਲੱਗਦਾ ਜੋ ਵੀ ਇਸ ਇੰਡਸਟਰੀ ਦੇ ਵਿੱਚ ਇਨਕਲੂਡਿੰਗ ਮਾਈਸੈਲਫ ਕਿ ਸਾਨੂੰ ਇੰਨੀ ਜ਼ਿਆਦਾ ਬਰੀ ਕਰਨੀ ਚਾਹੀਦੀ ਆ ਅਗਰ ਸਾਡਾ ਇਹ ਡਿਕਲਾਈਨ ਵੀ ਹੁੰਦਾ ਆਇਲ ਬਿਜ਼ਨਸ ਤੇ ਡਿਕਲਾਈਨ ਤੋਂ ਇਲਾਵਾ ਮਤਲਬ ਕਹਿੰਦਾ ਡਿਮਾਂਡ ਫਿਰ ਵੀ ਇੰਨੀ ਜ਼ਿਆਦੀ ਹੈਗੀ ਆ ਡਿਕਲਾਈਨ ਜ਼ਰੂਰ ਕਰੇਗਾ ਇਲੈਕਟ੍ਰਿਕ ਕਾਰਾਂ ਆਉਣਗੀਆਂ ਸਭ ਕੁਝ ਹੋਏਗਾ ਪਰ ਮੈਨੂੰ ਲੱਗਦਾ ਕਿ ਸਾਨੂੰ ਇੰਨੀ ਜ਼ਿਆਦਾ ਬਰੀ ਕਰਨ ਦੀ ਇਹਦੇ ਵਿੱਚ ਜ਼ਰੂਰਤ ਨਹੀਂ ਹੈਗੀ ਕਿ ਅਸੀਂ ਕੱਲ ਨੂੰ ਜਾਂ 2 ਸਾਲਾਂ ਨੂੰ 4 ਸਾਲਾਂ ਨੂੰ ਸਾਡਾ ਬਿਜ਼ਨਸ ਸਟੇਟ ਹੋ ਜਾਏਗਾ ਤੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਇੰਨਾ ਡਰਨ ਦੀ ਲੋੜ ਨਹੀਂ ਅੱਗੇ ਵਧਾਓ ਬਿਜ਼ਨਸ ਟਰੱਕਿੰਗ ਇੰਡਸਟਰੀ ਗੈਸ ਸਟੇਸ਼ਨ ਵਾਲੇ ਸਾਰੇ ਮਤਲਬ ਦਿਲ ਖੋਲ ਕੇ ਗੈਸ ਸਟੇਸ਼ਨ ਬਣਾਓ ਸਭ ਕੁਝ ਕਰੋ and P&J fuel ਨੂੰ use ਕਰੋ right ਜਸਵੀਰ ਜੀ such a pleasure thank you so much ਤੁਸੀਂ ਸਾਡੇ ਨਾਲ ਟਾਈਮ ਕੱਢ ਕੇ ਜੁੜੇ we can see you're still in the office so thank you so much for your time and ਜੋ ਤੁਸੀਂ ਸਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ it's very important ਇਹ viewers ਤੱਕ information ਪਹੁੰਚਾਣਾ appreciate that ਜਸਵੀਰ ਜੀ have a good rest of your evening ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ ਬਟ ਇਸ ਸਟੋਰੀ ਨੂੰ ਲੈ ਕੇ ਕਿੰਨੀ ਪੁਰਾਣੀ ਇਹ ਸਟੋਰੀ ਚੱਲਦੀ ਆ ਰਹੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਦੱਸਣਾ ਚਾਹੁੰਦੀ ਹਾਂ ਦ ਰਿਸਰਚ ਡੇਟਿੰਗ ਬੈਕ ਟੂ ਦ 70s ਜੋ ਇਸ ਸਟੋਰੀ ਦੇ ਨਾਲ ਜੁੜੀ ਹੋਈ ਹੈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਆਇਲ ਐਂਡ ਗੈਸ ਦੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਬਹੁਤ ਹੀ ਹਿਸਟੋਰਿਕ ਹੀਅਰਿੰਗਸ ਇਸ ਇੰਡਸਟਰੀ ਲਈ ਅੱਜ ਹੋ ਕੇ ਹਟੀਆਂ ਐਕਸਨ ਮੋਬਿਲ ਸ਼ੈਵਰਨ BP ਇਨ ਕੰਪਨੀਜ਼ ਦੇ ਐਂਡ ਸ਼ੈਲ ਇਨ ਕੰਪਨੀਜ਼ ਦੇ ਚੀਫ ਐਗਜ਼ੀਕਿਊਟਿਵ ਆਫਿਸਰਸ ਅੱਜ ਟੈਸਟੀਫਾਈ ਕਰਕੇ ਹਟੇ ਹੈ ਅਬਾਊਟ ਦ ਨੌਲੇਜ ਕਿੰਨੀ ਕੁ ਜਾਣਕਾਰੀ ਸੀਗੀ ਇਹਨਾਂ ਨੂੰ ਕਿ ਆਇਲ ਐਂਡ ਗੈਸ ਕਲਾਈਮੇਟ ਚੇਂਜ ਦੇ ਨਾਲ ਕਿੰਨੀ ਕਰੀਬੀ ਦੇ ਨਾਲ ਜੁੜਿਆ ਹੋਇਆ ਕਿਸ ਤਰ੍ਹਾਂ ਦਾ ਇੰਪੈਕਟ ਕਿਸ ਤਰ੍ਹਾਂ ਦਾ ਅਸਰ ਗੈਸਲੀਨ ਕਰਕੇ ਆਇਲ ਯੂਸੇਜ ਕਰਕੇ ਵਾਤਾਵਰਨ ਤੇ ਹੋ ਰਿਹਾ ਸੋ ਬ੍ਰੇਕ ਤੋਂ ਪਹਿਲੇ ਜਸਪੀਰ ਚਾਂਦੀ ਜੀ ਆਫ P&J ਫਿਊਲ ਸਾਨੂੰ ਦੱਸ ਰਹੇ ਸੀ ਕਿ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਕਿ ਹਲੇ ਟਾਈਮ ਪਿਆ ਹੈ ਕਿ ਚੀਜ਼ਾਂ ਓਵਰਨਾਈਟ ਨਹੀਂ ਚੇਂਜ ਹੋਣਗੀਆਂ ਐਂਡ ਇਹਦੇ ਵਿੱਚ ਅਸੀਂ ਬਿਲਕੁਲ ਸਹਿਮਤੀ ਰੱਖਦੇ ਕੰਸੀਡਰਿੰਗ ਦ ਪੋਲੀਟੀਕਲ ਕਲਾਈਮੇਟ ਬਿਕਾਜ਼ ਇਹ ਜੋ ਚੇਂਜਸ ਹਨ ਅਨਫੋਰਚੂਨਟਲੀ ਜਾਂ ਫੋਰਚੂਨਟਲੀ ਕਹਿ ਲਓ ਦੇ ਹੈਵ ਟੂ ਬੀ ਡਨ ਥਰੂ ਲੈਜਿਸਲੇਟਿਵ ਐਕਸ਼ਨ ਰਾਈਟ ਕੋਈ ਵੀ ਅਗਰ ਤੁਸੀਂ ਇੰਨੇ ਵੱਡੇ ਲੈਵਲ ਤੇ ਚੇਂਜ ਲੈ ਕੇ ਆਉਂਦੇ ਹੋ ਉਹਨੂੰ ਮਜ਼ਬੂਤ ਤਰੀਕੇ ਦੇ ਨਾਲ ਸਿਸਟਮ ਦੇ ਵਿੱਚ ਇਨਗ੍ਰੇਨਡ ਹੋਣਾ ਚਾਹੀਦਾ ਹੈ ਰਾਈਟ ਸੋ ਉਹਦੇ ਲਈ ਪੋਲੀਟੀਕਲ ਐਕਸ਼ਨ ਦੀ ਲੋੜ ਪੈਣੀ ਹੈ ਇਸ ਵੇਲੇ ਇਸ ਗੈਸੋਲੀਨ ਇਸ ਕਲਾਈਮੇਟ ਚੇਂਜ ਦੇ ਪੋਲਿਟਿਕਸ like a lot of other things ਬਹੁਤ ਹੀ polarized ਹਨ which is a little surprising to us once again this is similar to COVID right ਜਦੋਂ COVID ਦੀ ਵੀ ਗੱਲ ਪਿਛਲੇ ਸਾਲ ਪਹਿਲੇ ਸ਼ੁਰੂ ਹੋਈ ਸੀ all of the doctors the scientists the research experts ਉਹਨਾਂ ਨੇ ਕਿਹਾ ਸੀ ਕਿ ਦੇਖੋ ਜੀ ਇਹ ਸਾਡਾ ਦਾਇਰਾ ਹੈ ਇਹ ਸਾਇੰਸ ਬੇਸਡ ਰਿਸਰਚ ਸਾਨੂੰ ਇਹ ਸਿੰਪਲ ਚੀਜ਼ਾਂ ਦੱਸਦੀ ਹੈ ਤੁਸੀਂ ਉਨ ਸਿੰਪਲ ਚੀਜ਼ਾਂ ਨੂੰ ਕਰੋ ਸਾਇੰਸ ਸਾਨੂੰ ਦੱਸਦੀ ਹੈ ਕਿ ਮੈਡੀਕਲੀ ਯੂ ਵਿਲ ਬੀ ਫਾਈਨ ਬਟ ਉਸ ਸਾਇੰਟਿਫਿਕ ਪ੍ਰੋਬਲਮ ਨੂੰ ਉਸ ਪਬਲਿਕ ਹੈਲਥ ਪ੍ਰੋਬਲਮ ਨੂੰ ਇੱਕ ਪੋਲੀਟੀਕਲ ਪ੍ਰੋਬਲਮ ਬਣਾਇਆ ਗਿਆ why we don't know and ਅੱਜ oil and gas ਦੇ ਨਾਲ ਵੀ ਇਹੀ ਹੋਇਆ ਜਿਸ ਤਰ੍ਹਾਂ ਪਹਿਲੇ ਵੀ ਕਿਹਾ ਸੀ in hearings ਦੇ ਵਿੱਚ ਪਾਰਟੀ ਲਾਈਨਸ ਸਾਫ਼ ਡਿਸਪਲੇ ਤੇ ਸੀਗੀਆਂ ਡੈਮੋਕ੍ਰੈਟਸ ਕਲਾਈਮੇਟ ਚੇਂਜ ਨੂੰ ਬਹੁਤ ਵੱਡੀ ਪ੍ਰਾਇੋਰਟੀ ਬਣਾ ਕੇ ਚੱਲ ਰਹੇ ਤੇ ਰਿਪਬਲਿਕਨਸ ਸੀਮਸ ਕਿ ਉਹ ਕੰਪਲੀਟ ਡਿਨਾਈਲ ਦੇ ਵਿੱਚ ਹੈਗੇ ਕਿ ਕਲਾਈਮੇਟ ਐਗਜ਼ਿਸਟ ਵੀ ਕਰਦਾ ਹੈ ਇਟ ਸੀਮਸ ਲਾਈਕ ਦੈਟ ਇਨ ਫੈਕਟ ਜੋ ਰਿਪਬਲਿਕਨਸ ਅੱਜ ਇਸ ਹੀਅਰਿੰਗ ਦੇ ਵਿੱਚ ਸ਼ਾਮਿਲ ਸੀਗੇ ਉਹਨਾਂ ਨੇ ਕਿਹਾ ਕਿ ਇਹ ਹੀਅਰਿੰਗ ਇਹਦਾ ਕੋਈ ਫਾਇਦਾ ਨਹੀਂ ਹੈ ਤਾਂ ਇੱਕ ਬਹੁਤ ਵੱਡੀ ਡਿਸਟਰੈਕਸ਼ਨ ਹੈ ਕਿ ਜੋ ਹੋਰ ਚੀਜ਼ਾਂ country ਨੂੰ affect ਕਰੀਆਂ ਉਹਨਾਂ ਤੇ focus ਕਰਨਾ ਚਾਹੀਦਾ like rising gas prices so it's kind of a funny statement ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਇਹ hearing ਦੀ ਲੋੜ ਨਹੀਂ ਹੈਗੀ ਦੂਜੇ ਪਾਸੇ ਤੁਸੀਂ complain ਕਰ ਰਹੇ ਹੋ ਕਿ gas prices ਤੇ ਸਾਨੂੰ focus ਕਰਨਾ ਚਾਹੀਦਾ but in any case ਜਿਸ ਤਰ੍ਹਾਂ ਤੁਹਾਨੂੰ break ਤੋਂ ਪਹਿਲੇ ਦੱਸ ਰਹੇ ਸੀ ਇਹ ਜੋ ਐਕਚੁਅਲੀ ਇਹ ਜੋ ਰਿਸਰਚ ਹੈਗੀ ਜੋ ਅੱਜ ਹੀਅਰਿੰਗ ਦੇ ਵਿੱਚ ਜਿਹਨੂੰ ਚੱਕਿਆ ਗਿਆ ਕਿ ਕੀ ਇਸ ਰਿਸਰਚ ਬਾਰੇ ਇਨ ਕੰਪਨੀਜ਼ ਨੂੰ ਪਤਾ ਸੀ ਇਹਨੂੰ ਲੈ ਕੇ ਇੱਕ ਬਹੁਤ ਇੰਟਰਸਟਿੰਗ ਤੇ ਰਿਸਰਚ ਇਨਵੈਸਟੀਗੇਸ਼ਨ ਆਰਟੀਕਲ ਲੱਭਿਆ ਸਾਨੂੰ ਜਿਹਦੇ ਵਿੱਚ ਇਹ 2015 ਦਾ ਆਰਟੀਕਲ ਹੈਗਾ ਫਰਸਟ ਆਫ ਆਲ ਸੋ ਇਹ ਜੋ ਆਰਟੀਕਲ ਹੈ ਉਹ 2015 ਦਾ ਸੀਗਾ ਉਸ ਆਰਟੀਕਲ ਦੇ ਵਿੱਚ ਜੋ ਰਿਸਰਚ ਉਹਨਾਂ ਨੇ ਸ਼ੋ ਕੀਤੀ ਕਿ ਜੋ ਅਮਰੀਕਨ ਪੈਟਰੋਲੀਅਮ ਇੰਸਟੀਚਿਊਟ ਹੈਗਾ
रल के with the nation's largest oil companies, so your Exxon Mobil, Amoco, Phillips, Texaco, Shell, Sunoco, Standard Oil, Gulf Oil, ये सारी companies रल के अमेरिकन पेट्रोलियम इंस्टीट्यूट ਦੇ ਨਾਲ ਇਹਨਾਂ ਨੇ ਇੱਕ ਟਾਸਕ ਫੋਰਸ ਬਣਾਈ ਐਂਡ ਜਦੋਂ ਮੈਂ ਤੁਹਾਨੂੰ ਸਾਲ ਦੱਸਾਂਗੀ ਤੁਹਾਨੂੰ ਹੈਰਾਨੀ ਹੋਏਗੀ ਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਦੀ ਇਟਸ 2021 ਇਹ ਜੋ ਇਹਨਾਂ ਨੇ ਟਾਸਕ ਫੋਰਸ ਬਣਾਈ ਸੀ ਅਮਰੀਕਨ ਪੈਟਰੋਲੀਅਮ ਤੇ ਵੱਡੀ ਕੰਪਨੀਆਂ ਨੇ ਇਹ ਸੀਗੀ ਇਨ 1979 40 साल पहले इन सारी वड्डी कंपनीज ने ना कि सिर्फ तुसी कह लो आइडियाज जोड़ ले सी कि एक पासे गैसोलीन एंड बिग ऑयल दूजे पासे क्लाइमेट चेंज नॉट ओनली डिड दे मेक दैट कनैक्शन वो कनैक्शन ऑलरेडी बना लिया सी इन्होंने बट इन्होंने सारिਆਂ ने रल के एक टास्क फोर्स क्रिएट की ਉਹਦੇ ਉੱਤੇ ਹੋਰ रिसर्च करने ਲਈ so we're clear on the timeline इन कंपनीज ने अपने पैसे खर्च के रिसर्च की बैक इन 1979 एंड वो टास्क फोर्स 1983 तक जारी रही जिन्हें इंडिकेट किया कि ऑयल इंडस्ट्री नॉट जस्ट एक्सान सारी ऑयल इंडस्ट्री नू पता सी कि क्लाइमेट चेंज एंड ऑयल एंड गैस दा की कनैक्शन है कि किस तरह oil and gas climate ਨੂੰ ਹੋਰ ਮਾੜਾ ਕਰ ਰਹੀ ਹੈ and once again ਇਸ ਗਰੁੱਪ ਦੇ ਵਿੱਚ ਸੀਨੀਅਰ ਸਾਇੰਟਿਸਟ ਸੀਗੇ engineers ਸੀਗੇ ਸਾਰੀ ਇਹ ਮੇਜਰ oil and gas ਕੰਪਨੀਆਂ ਦੇ ਜੋ ਕਿ ਮਲਟੀਨੈਸ਼ਨਲ ਹਨ ਇਹਨਾਂ ਦੇ ਐਗਜ਼ੀਕਿਊਟਿਵਸ ਇਨਵੋਲਵ ਸੀਗੇ and yet ਅੱਜ ਇਸ ਹੀਅਰਿੰਗ ਦੇ ਵਿੱਚ ਸਾਨੂੰ ਜੋ ਇਹਨਾਂ ਦੇ ਬਿਆਨ ਸੀਗੇ ਉਹਨਾਂ ਦੇ ਨਾਲ ਇਹ ਨਹੀਂ ਇੰਡੀਕੇਟ ਹੋਇਆ ਕਿ ਐਕਚੁਅਲੀ ਇਹਨਾਂ ਨੂੰ 40 ਤੋਂ ਵੱਧ ਸਾਲਾਂ ਤੋਂ ਪਤਾ ਸੀ ਇਨ ਫੈਕਟ ਜੋ ਬਿਆਨ ਸੁਣਨ ਨੂੰ ਮਿਲੇ they were very typical diplomatic answers ਕਿ yes ਹੁਣ ਡਿਨਾਈ ਤਾਂ ਨਹੀਂ ਅਸੀਂ ਕਰ ਸਕਦੇ ਕਿ oil and gas ਦਾ ਕੀ ਰੋਲ ਹੈ climate change ਦੇ ਵਿੱਚ but oil and gas ਕਿਤੇ ਨਹੀਂ ਜਾਣ ਵਾਲੀ So once again I think ਇੱਥੇ ਸਵਾਲ ਤਾਂ ਸਾਡੇ ਸਾਰਿਆਂ ਲਈ ਵੱਡਾ ਇਹੀ ਬਣਦਾ ਹੈ ਕਿ ਯੈਸ ਅੱਜ ਤੁਸੀਂ ਗੱਡੀ ਇੱਕ ਨਾਰਮਲ ਗੱਡੀ ਲੈ ਕੇ ਉਹਦੇ 'ਚ ਨਾਰਮਲ ਤੇਲ ਪਾਉਂਦੇ ਹੋ ਤੁਹਾਡਾ ਮੇਨ ਕੰਸਰਨ ਇਹੀ ਹੁੰਦਾ ਹੈ ਕਿ ਤੇਲ ਦਾ ਭਾਅ ਕਿੰਨਾ ਵੱਧ ਰਿਹਾ ਹੈ कि गैस कितनी महंगी हो गई है कि ये चीज़ बहुत माड़ी है बट आई थिंक जो सवाल सानू जिहदे बारे सोचना चाहिए है कि अज तुसी तां गैस पंप ते जाके उस महंगाई दे बारे चिंता कर रहे हो बट तुहाडे बच्चे या तुहाडे बच्चों दे गां अगे बच्चे अगली पीढ़ियां लई की असी छड़ के जा रहे हैं आई मीन आई नो वंस अगैन कि इत्थे मैं एक ब्रोकन रैकड की तरह साउंड करदी कि मैं बार बार यही चीज़ कहती हाँ बट इट्स इंपोर्टेंट टू से इट बिकॉज लगता नहीं कि लोग सुन रहे हैं या समझ रहे हैं कि अगर ये प्लैनेट ही नहीं रहा तो की फायदा तुहाडी गड्डियां दा अगर ये प्लैनेट ही नहीं रहा की फायदा कि गैस कितनी महंगी है या कितनी सस्ती है अगर तुहाडे लिए प्लैनेट हैगा सिर्फ ये इस चीज़ दे नाल नहीं सानू सहमति रखनी चाहिए कि नहीं मेरी जिंदगी तो सही है अगली पीढ़ियां लिए भी सोचो अगर तुहाडे आप दे बच्चे नहीं है तद भी अगली पीढ़ियां लिए सोचो अगर तुहाडे बच्चे दैन फिर तां तुहानू बिल्कुल इस चीज़ बारे चिंतक होना चाहिए कि जिथे इस साल रैकड ब्रेकिंग हीट वेव्स आई मीन इन्ना ਤੁਸੀਂ ਕਹਿ ਲਓ ਐਕਸਟ੍ਰੀਮ ਵੈਦਰ ਵੇਖਣ ਨੂੰ ਮਿਲਿਆ ਦੁਨੀਆ ਦੇ ਅਮੀਰ ਮੁਲਕਾਂ ਦੇ ਵਿੱਚ ਸਾਨੂੰ ਇਹੋ ਜਿਹੀ ਚੀਜ਼ਾਂ ਜਿਸ ਤਰ੍ਹਾਂ ਜਰਮਨੀ ਦੇ ਵਿੱਚ ਫਲੱਡਸ ਆਏ ਸੀ ਪੂਰਾ ਇੱਕ ਸ਼ਹਿਰ ਹੀ ਉਸ ਹੜ੍ਹ ਦੇ ਵਿੱਚ ਡਿਸਟਰੋਏ ਹੋ ਗਿਆ ਕਿੰਨੀ ਜਾਨਾਂ ਗਈਆਂ ਕੈਲੀਫੋਰਨੀਆ ਦੇ ਵਿੱਚ ਵਾਈਲਡ ਫਾਇਰਸ ਨੇ ਕਿੰਨੀ ਤਬਾਹੀ ਮਚਾਈ ਹੋਈ ਹੈ ਉੱਥੇ ਜੋ ਫਾਰਮਰਸ ਹਨ ਉਹਨਾਂ ਤੋਂ ਪੁੱਛੋ ਉਹਨਾਂ ਦੀ ਕ੍ਰੌਪਸ ਕਿਸ ਤਰ੍ਹਾਂ ਖਰਾਬ ਹੋ ਰਹੀਆਂ ਜਿਸ ਤਰ੍ਹਾਂ ਇਹ ਪਲੈਨਟ ਦਾ ਟੈਂਪਰੇਚਰ ਵੱਧ ਰਿਹਾ ਹੈ ਸਾਡੇ ਫੂਡ ਸੋਰਸਸ ਖਤਮ ਹੋ ਰਹੇ ਹੈ ਜੋ ਫਲੱਡਸ ਆ ਰਹੇ ਹੈ ਉਹਨਾਂ ਦੇ ਕਰਕੇ कई मुल्क कई शहर ही नहीं रहेंगे बांग्लादेश दी एक पूरा अद्धा हिस्सा ही गायब हो जाएगा अगर पानी होर वधदा है एंड दीज आर ऑल कनेक्टेड सो वंस अगैन असी ओवरनाइट समस्या नहीं बनाई ना ही इहदा हल ओवरनाइट होएगा एंड ऑफ कोर्स वंस अगैन साडी कम्युनिटी दे विच बहुत ज़्यादा लोकी गैसोलीन एंड ट्रांसपोर्टेशन दे विच जुड़े हुए हैं सो आई थिंक किथे ना किथे उन्हां दा फर्ज बनदा है to evolve right तुसी socially
ਕੌਨਸ਼ੀਅਸ ਰਹਿ ਕੇ ਕੰਪਨੀ ਤੇ ਬਿਜ਼ਨਸ ਨੂੰ ਵਧਾਓ, ਨਾ ਕਿ ਸਿਰਫ ਪ੍ਰੋਫਿਟ ਐਂਡ ਬਾਟਮ ਲਾਈਨ ਲਈ, ਬਿਕਾਜ਼ ਪੈਸਾ ਤਾਂ ਜਿੰਨਾ ਮਰਜ਼ੀ ਕਮਾ ਲਓ ਬਟ ਅਗਰ ਰਹਿਣ ਲਈ ਜਗ੍ਹਾ ਹੀ ਨਹੀਂ ਹੋਣੀ ਤੇ ਉਹ ਪੈਸੇ ਦਾ ਕੋਈ ਫਾਇਦਾ ਨਹੀਂ। ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸਾਡੇ ਲਈ, ਸਾਡੇ ਗੈਸਟ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਡੇ ਨਾਲ ਥੋੜੇ ਜਿਹੇ ਇਲੈਕਸ਼ਨ ਰਿਲੇਟਡ ਪ੍ਰੋਗਰਾਮਸ ਪੇਸ਼ ਕਰਾਂਗੇ, ਬਿਕਾਜ਼ ਯੂਨਾਈਟਿਡ ਸਟੇਟਸ ਦੇ ਵਿੱਚ ਕੁਝ ਬਹੁਤ ਹੀ ਇੰਪੋਰਟੈਂਟ ਇਲੈਕਸ਼ਨਸ ਹੋਣ ਜਾ ਰਹੇ ਅਗਲੇ ਟਿਊਜ਼ਡੇ ਨੂੰ, ਖਾਸ ਕਰਕੇ ਜਿੱਥੇ ਗਵਰਨਰ ਦੀ ਰੇਸ ਦੀ ਗੱਲ ਆਉਂਦੀ ਹੈ। ਨਿਊ ਜਰਸੀ ਐਂਡ ਵਰਜੀਨੀਆ ਇੱਕ ਨਵਾਂ ਗਵਰਨਰ ਚੁਣਨ ਲਈ ਵੋਟ ਕਰ ਰਹੇ ਹੈ। ਸੋ ਇਹਨਾਂ ਤੇ ਥੋੜਾ ਜਿਹਾ ਫੋਕਸ ਕਰਾਂਗੇ, ਬਿਕਾਜ਼ ਬੋਥ ਨਿਊ ਜਰਸੀ ਐਂਡ ਵਰਜੀਨੀਆ ਕਿਸ ਤਰ੍ਹਾਂ ਇਹ ਰੇਸ ਪਲੇ ਆਊਟ ਹੁੰਦੀ ਹੈ ਲੌਂਗ ਟਰਮ ਇਸ ਕੰਟਰੀ ਦੀ ਫੈਡਰਲ ਪੋਲਿਟਿਕਸ 'ਤੇ ਬਹੁਤ ਵੱਡਾ ਉਹਦਾ ਇੰਪੈਕਟ ਹੋ ਸਕਦਾ ਹੈ। ਸੋ ਵਨਸ ਅਗੇਨ ਇਹਦੇ ਨਾਲ ਹੀ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।